इस वेले जिहड़े ने उन्हां दे नाल की कुछ कहते हुए नजर आते हैं, सुन लेने क्योंकि सैशन कॉन्फिडेंस मोशन जिहड़ा वो लिया गया है और ऑपरेशन लोटस के तहत जिक्र लगातार किया जा रहा है। तो मीत हेर मेरे नाल ने भाजपा वालों जनता सैशन जिहड़ा चलाया जा रहा। देखो मैनू बड़ी हैरानी है क्योंकि जे तुसी सैशन चलाउणा है, जे मिनीमम आपां जिहड़े बंदे देखे भी एक ओपोजिशन हुंदी है, सरकार है, स्पीकर है, डिप्टी स्पीकर है, मुख मंत्री हुंदे है, मंत्री हुंदे, उहदे लई भी मिनीमम 8-10 बंदे चाहिए है। चलो जी उदू भी मिनीमम करना होवे, स्पीकर साहब, एक लीडर ऑफ ओपोजिशन ते इधर सीएम साहब, उहदे लई भी 3 चाहिए है। 2 तुहाडे नुमाइंदे है ते तुसी इत्थे अंदर आके गल रखण दी बजाय तुसीं जाके कहंदे सी बाहर सैशन चलाउणे आ। ते उत्थे जो मैनूं पता लग्गिआ भी ਜਿਹੜੇ ਬੰਦੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਦੋਂ ਲੋਕਾਂ ਨੇ ਚੁਣ ਕੇ ਭੇਜੇ ਸੀ ਉਦੋਂ ਅੰਦਰ ਤੱਕ ਆਗੇ ਸੈਸ਼ਨ 'ਚ ਬੈਠੇ ਨਹੀਂ ਤੇ ਹੁਣ ਜਾ ਕੇ ਉੱਥੇ ਜਿਹੜਾ ਸੈਸ਼ਨ ਹੈ ਉਹ ਚਲਾ ਰਹੇ ਆ, ਕਿਉਂਕਿ ਬੀਜੇਪੀ ਕੋਲੇ ਅੱਜ ਅੰਦਰ ਕਹਿਣ ਨੂੰ ਗੱਲ ਕੋਈ ਨਹੀਂ ਸੀ। ਇਸੇ ਕਰਕੇ ਜਾ ਕੇ ਉੱਥੇ ਜਿਹੜਾ ਡਰਾਮਾ ਉਹ ਕਰ ਰਹੇ ਆ, ਪਰ ਸਾਰੇ ਦੇਸ਼ ਦੇ ਲੋਕ ਆ ਜਿਹੜੇ ਉਹ ਦੇਖ ਰਹੇ ਆ ਵੀ ਬੀਜੇਪੀ ਅੱਜ ਦੇਸ਼ ਦੇ ਵਿੱਚ ਕੀ ਕਰ ਰਹੀ ਹੈ, ਕਿਸ ਤਰ੍ਹਾਂ ਜਿਹੜਾ ਕਾਨੂੰਨ ਦੀਆਂ ਸੰਵਿਧਾਨ ਦੀਆਂ ਜਿਹੜੀਆਂ ਧੱਜੀਆਂ ਉਹ ਉਡਾ ਰਹੀ ਹੈ। ਜੀ ਸਾਹਿਬ, ਕਾਂਗਰਸ ਦੇ ਨੂੰ ਮਾਰਸ਼ਲਾਂ ਨੇ ਬਾਹਰ ਕੀਤਾ ਤਾਂ ਉਹ ਬਾਹਰ ਸੈਸ਼ਨ ਲਾ ਕੇ ਬਹਿ ਗਏ। ਉਹ ਕਹਿ ਰਹੇ ਕਿ ਧੱਕਾ ਕੀਤਾ ਜਾ ਰਿਹਾ। ਇੱਥੋਂ ਤੱਕ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਕਹਿੰਦੇ ਹੋਏ ਨਜ਼ਰ ਆਏ ਕਿ ਮੁੱਖ ਮੰਤਰੀ ਤੇ 420 ਦਾ ਪਰਚਾ ਹੋਣਾ ਚਾਹੀਦਾ, ਕੌਨਫੀਡੈਂਸ ਮੋਸ਼ਨ ਦਾ ਤਾਂ ਜ਼ਿਕਰ ਹੀ ਨਹੀਂ ਹੋਇਆ ਸੀਗਾ। ਦੇਖੋ ਪੰਕਜ ਜੀ, ਕੋਈ ਉਹਨਾਂ ਨੂੰ ਮਾਰਸ਼ਲਾਂ ਨੇ ਬਾਹਰ ਨਹੀਂ ਕੀਤਾ। ਲੋਕਾਂ ਨੇ ਜਿਵੇਂ ਸਾਨੂੰ ਚੁਣ ਕੇ ਭੇਜਿਆ ਉਵੇਂ ਹੀ ਉਹਨਾਂ ਨੂੰ ਚੁਣ ਕੇ ਭੇਜਿਆ। ਅੱਜ ਇੱਥੇ ਜਦੋਂ ਆਪਰੇਸ਼ਨ ਲੋਟਸ ਵਾਲੇ ਜਦੋਂ ਮਤੇ ਦੀ ਗੱਲ ਹੋਈ, ਪਤਾ ਨਹੀਂ ਪ੍ਰਤਾਪ ਬਾਜਵਾ ਜੀ ਨੂੰ ਪਹਿਲੇ ਦਿਨੋਂ ਕੀ ਇਸ ਗੱਲ ਦੀ ਤਕਲੀਫ ਹੈ ਕਿ ਜਿਹੜੀ ਸਾਰੀ ਦੁਨੀਆ ਜਾਣਦੀ ਹੈ ਵੀ ਬੀਜੇਪੀ ਦੀ ਜੇ ਅੱਜ 17 ਸੂਬਿਆਂ ਚੋਂ 8 ਸੂਬਿਆਂ 'ਚ ਜਿਹੜੀ ਸਰਕਾਰ ਹੈ ਉਹ ਜੋੜ ਤੋੜ ਨਾਲ ਬਣੀ ਹੈ, ਆਪਰੇਸ਼ਨ ਲੋਟਸ ਨਾਲ ਬਣੀ ਹੈ। ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਐਮਐਲਏ ਗਏ ਨੇ ਬੀਜੇਪੀ ਦੇ ਵਿੱਚ, ਪੌਣੇ 300 ਐਮਐਲਏ ਤੋਂ ਸਭ ਤੋਂ ਜ਼ਿਆਦਾ ਕਾਂਗਰਸ ਦੇ ਆ। ਸਾਰੇ ਕਿਤੇ ਉਹਨਾਂ ਦੀ ਤੁਹਾਡੀ 125 ਸਾਲ ਪੁਰਾਣੀ ਪਾਰਟੀ ਦੀ ਉਹਨਾਂ ਨੇ ਸੱਤਿਆਨਾਸ਼ ਮਾਰਤਾ। ਕਦੇ ਤੁਹਾਡੇ ਐਮਐਲਏ ਲੈ ਗਏ, ਕਦੇ ਐਮਪੀ ਲੈ ਗਏ। ਅੱਜ ਲੋਕ ਸਭਾ ਦੇ ਵਿੱਚ ਵੀ 100 ਤੋਂ ਜ਼ਿਆਦਾ ਐਮਪੀ ਤੁਹਾਡਾ ਉੱਥੇ। ਤੇ ਅੱਜ ਜੇ ਉਹਦੇ ਵਿਰੁੱਧ ਮਤਾ ਆ ਰਿਹਾ ਸੀ, ਸਾਨੂੰ ਤਾਂ ਐ ਸੀਗਾ ਵੀ ਬਾਜਵਾ ਸਾਹਿਬ ਸਾਡਾ ਖੜੇ ਹੋ ਕੇ ਸਾਥ ਦੇਣਗੇ ਵੀ ਭਾਈ ਸਾਡੀ ਰੋਜ਼ ਪਾਰਟੀ ਦੇ ਐਮਐਲਏ ਲੈ ਜਾਂਦੇ ਆ। ਸਾਡੇ ਰੀਸੈਂਟਲੀ 8 ਐਮਐਲਏ ਗੁਜਰਾਤ ਚੋਂ ਲੈ ਗਏ। ਹਾਂ, ਇਹਨਾਂ ਵਿਰੁੱਧ ਜਿਹੜਾ ਮਤਾ ਇਹ ਲੈ ਕੇ ਆਓ। ਉਲਟਾ मतलब कि बीजेपी के विधायकों का विरोध करना ही से वाकआउट किए, उल्टा उन्होंने ही बोली। अज प्रताप सिंह बाजवा जिहड़े है वो अंदर बोलते नजर आए। तो पिछले दिन भी गवर्नर साहब नूं जाके जिहड़ी चिट्ठी है वो लिख के दे के आए। मैनूं तो समझ नहीं आती भी कर क्यों रहे हैं। फर्जी इनकलाबी ने इस तरीके का जिक्र करते हुए नजर आए, क्योंकि सैशन इन्होंने बाहर चलाया, स्पीकर बने सुखजिंदर रंधावा। मैं एक इहदा कारण इक्को है क्योंकि प्रताप सिंह बाजवा ऑपरेशन लोटस का हिस्सा सी। ਉਹਨਾਂ ਨੇ ਸਾਰੀ ਗੱਲਬਾਤ ਬੀਜੇਪੀ ਨਾਲ ਕੀਤੀ ਹੋਈ ਸੀ ਵੀ 18 ਦਾ ਸਾਡੇ ਵਾਲੇ ਇੱਧਰ ਤਿਆਰ ਨੇ। ਬਾਕੀ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਟਣ ਦੀ ਕੋਸ਼ਿਸ਼ ਕਰੋ ਵੀ ਆਪਾਂ ਇਕੱਠੇ ਸਾਰੇ ਭਾਜਪਾ ਸ਼ਾਮਲ ਹੋ ਕੇ ਜਿਹੜੀ ਹੈ ਉਹ ਸਰਕਾਰ ਹੈ ਉਹ ਬਣਾਵਾਂਗੇ। ਇਸੇ ਕਰਕੇ ਉਹਨਾਂ ਨੂੰ ਜ਼ਿਆਦਾ ਤਕਲੀਫ ਹੈ। ਆਪਰੇਸ਼ਨ ਲੋਟਸ ਹਾਲਾਂਕਿ ਮੈਨੂੰ ਤਾਂ ਲੱਗਦਾ ਇਹ ਮਤਾ ਕਾਂਗਰਸ ਨੂੰ ਲਿਆਉਣਾ ਚਾਹੀਦਾ ਸੀ। ਅੱਜ ਜਿਹੜੀ ਭਾਜਪਾ ਉੱਥੇ ਬਾਹਰ ਸੈਸ਼ਨ ਲਾ ਰਹੀ ਹੈ, ਮੈਨੂੰ ਲੱਗਦਾ ਵੀ ਜੇ ਕੋਈ ਫੋਟੋ ਆਵੇ ਉਹਦੀ ਪਹਿਲੀ ਆਮ ਬੰਦੇ ਨੂੰ ਸਮਝ ਨਹੀਂ ਆਉਣਾ, ਜਿਹੜਾ ਜ਼ਿਆਦਾ ਅਖਬਾਰ ਖੂਰ ਨਹੀਂ ਪੜਦਾ ਵੀ ਕਾਂਗਰਸ ਵਾਲੇ ਬੈਠੇ ਕਿ ਭਾਜਪਾ ਵਾਲੇ ਬੈਠੇ ਆ। ਸਾਰੇ ਤਾਂ ਉੱਥੇ ਕਾਂਗਰਸ ਵਾਲੇ ਆ ਜਿਹੜੇ ਹੁਣ ਭਾਜਪਾ ਸ਼ਾਮਲ ਹੋਏ ਬੈਠੇ ਆ। ਸਾਰੀ ਕਾਂਗਰਸ ਭਾਜਪਾ ਚੱਲੀ ਹੈ ਤੇ ਹਜੇ ਪ੍ਰਤਾਪ ਸਿੰਘ ਬਾਜਵਾ ਦੇ ਪਤਾ ਨਹੀਂ ਅੱਖਾਂ ਦੇ ਕੀ ਪੱਟੀ ਪਈ ਹੈ ਕਿ ਸਮਝ ਨਹੀਂ ਆ ਰਿਹਾ। ਅਸਲ 'ਚ ਗੱਲ ਪੰਕਜ ਜੀ ਉਹੀ ਹੈ ਵੀ ਅੱਜ ਬੀਜੇਪੀ ਨਾਲ ਮਿਲ ਕੇ ਆਪਰੇਸ਼ਨ ਲੋਟਸ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਨਾਲ ਪੰਜਾਬ 'ਚ ਚਲਾਉਣਾ ਚਾਹੁੰਦੇ ਸੀ, ਜਿਹੜਾ ਕਾਮਯਾਬ ਨਹੀਂ ਹੋਇਆ। ਇਸੇ ਕਰਕੇ ਉਹਨਾਂ ਨੂੰ ਦੁੱਖ ਹੈ। 29 ਤਰੀਕ ਨੂੰ ਦੁਬਾਰਾ ਚਰਚਾ ਹੋਏਗੀ, ਕਾਂਗਰਸ ਦੇ ਲੀਡਰ ਅੰਦਰ ਆਣਗੇ ਕਿਉਂਕਿ ਅੱਜ ਤਾਂ ਬਾਹਰ ਸੈਸ਼ਨ ਚਲਾ ਰਹੇ ਸੀ। 29 ਤਰੀਕ ਨੂੰ ਸਾਡੇ ਤਾਂ ਵਿਧਾਇਕਾਂ ਨੇ ਮੰਗ ਕੀਤੀ ਹੈ ਕਿਉਂਕਿ ਅਸੀਂ ਤਾਂ ਗੱਲਾਂ ਸਾਰੀਆਂ ਉਹਨਾਂ ਨੂੰ ਕਹਿਣੀਆਂ ਚਾਹੁੰਦੇ ਸੀ ਸਾਰੀਆਂ, ਤਾਂ ਕਿ ਉੱਥੇ ਕੋਈ ਅੰਦਰ ਸਾਨੂੰ ਵਿਧਾਨ ਸਭਾ 'ਚ ਜਵਾਬ ਤਾਂ ਦਿੰਦੇ ਵੀ ਭਾਈ ਕਿਉਂ ਤੁਸੀਂ ਭਾਜਪਾ ਦੇ ਨਾਲ ਮਿਲੇ ਹੋਏ ਹੋ, ਕਿਉਂ ਤੁਸੀਂ ਭਾਜਪਾ ਦੀ ਬੀ ਟੀਮ ਬਣੇ ਹੋਏ ਹੋ। ਅਸੀਂ ਤਾਂ ਸਪੀਕਰ ਸਾਹਿਬ ਨੂੰ ਮੰਗ ਕੀਤੀ ਵੀ ਇਹਨਾਂ ਨੂੰ ਇੱਥੇ ਅੰਦਰ ਬੁਲਾਓ ਜੀ, ਇਹਨਾਂ ਦੇ ਸਾਹਮਣੇ ਸੀ ਜਿਹੜੀ ਅੱਖਾਂ 'ਚ ਅੱਖਾਂ ਪਾ ਗੱਲ ਕਰਨ। 29 ਨੂੰ ਸਬੂਤ ਪੇਸ਼ ਕੀਤੇ ਜਾਣਗੇ ਕਿਉਂਕਿ ਵਿਰੋਧੀ ਕਹਿ ਰਹੇ, ਕਹਿੰਦੇ ਸਬੂਤ ਤਾਂ ਦੱਸੋ ਨਾ ਕਿ ਕਿੰਨੂੰ ਫੋਨ ਆਇਆ, ਕੀ ਕੁਛ ਹੈ, ਕਹਿੰਦੇ ਸਬੂਤ ਨਹੀਂ ਦਿੱਤੇ। ਵਿਰੋਧੀ ਅੱਜ ਅਮਨ ਅਰੋੜਾ ਜੀ ਨੇ ਵੀ ਅੰਦਰ ਗੱਲ ਕੀਤੀ, ਜਿਹੜੇ ਵਿਰੋਧੀ ਕਹਿੰਦੇ ਆ ਸਬੂਤ ਦੱਸੋ, ਉਹੀ ਵਿਰੋਧੀ ਰਾਜਾ ਵੜਿੰਗ ਪ੍ਰਤਾਪ ਬਾਜਵਾ ਨੇ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ 12 ਐਮਐਲਏ ਕੰਟੈਕਟ 'ਚ ਤੇ 3 ਐਮਐਲਏ ਆਪ ਹੀ ਕਹਿ ਰਹੇ ਬੀਜੇਪੀ ਨਾਲ ਕੰਟੈਕਟ 'ਚ। ਸਾਡੇ ਕੋਲੇ ਅੱਗੇ ਸਬੂਤ ਹੈ। ਜਿਹੜਾ ਵਿਰੋਧੀ ਸਾਨੂੰ ਕਹਿੰਦੇ ਆ ਵੀ ਭਾਜਪਾ ਸਾਡੇ ਤੁਹਾਡੇ ਐਮਐਲਏ ਨੂੰ ਦੱਸੋ, ਸਬੂਤ ਦਿਓ ਕਿਵੇਂ ਸੰਪਰਕ ਕਰ ਰਹੀ ਹੈ, ਉਹ ਆਪ ਕਹਿ ਰਹੇ ਆ ਕਿ ਜੀ ਇਹਨਾਂ ਦੇ ਐਮਐਲਏ ਨੂੰ ਸੰਪਰਕ ਕਰ ਰਹੀ ਹੈ ਬੀਜੇਪੀ।
ਸੋ ਕੋਈ ਨਹੀਂ, ਅਸੀਂ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਅੱਜ ਇਹ ਬੈਠੇ ਹੁੰਦੇ, ਅੱਜ ਵੀ ਅਸੀਂ ਸਾਰੀ ਜਿਹੜੀ ਗੱਲ ਆ ਉੱਤੇ ਰੱਖਣੀ ਸੀ। 29 ਤਰੀਕ ਆਉਣ ਤੋਂ ਉਦੋਂ ਵੀ ਸਾਰੀ ਗੱਲ ਕੀ ਸਬੂਤ ਹੈ ਕੀ ਉਹ ਸਾਰਾ ਅੰਦਰ ਰੱਖਾਂਗੇ। ਠੀਕ ਹੈ, ਤਾਂ ਮੀਤ ਹੇਅਰ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਸਾਹਮਣੇ ਬੋਲਣਾ ਚਾਹੁੰਦੇ ਆ, ਕਾਂਗਰਸ ਦੇ ਲੀਡਰ ਦੇ ਸਾਹਮਣੇ ਬੋਲਣਾ ਚਾਹੁੰਦੇ ਆ। तीनों सैशन ਜਿਹੜਾ ਵਾ ਉਹ ਦੁਬਾਰਾ ਰੱਖਿਆ ਹਰਭਜਨ ਸਿੰਘ ਈਟੀਓ ਨੇ। ਹਰਭਜਨ ਸਿੰਘ ਈਟੀਓ ਕੀ ਕਹਿ ਰਹੇ ਨੇ ਉਹ ਵੀ ਗੱਲਬਾਤ ਵੀ ਹਰਭਜਨ ਸਿੰਘ ਈਟੀਓ ਹੋਰਾਂ ਦੇ ਨਾਲ ਕਰ ਲੈਣੇ ਆ। ਈਟੀਓ ਸਾਹਿਬ, ਕਾਫੀ ਅਹਿਮ ਸੈਸ਼ਨ ਕਿਉਂਕਿ ਲਾਈ ਜਾ ਰਹੇ ਨੇ, ਪਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਜਦੋਂ ਉਹਨਾਂ ਦੇ ਕੋਲ ਪੂਰਾ ਇੱਕ ਮੰਚ ਹੈਗਾ, ਉਹ ਅੰਦਰ ਆ ਕੇ ਆਪਣੀ ਗੱਲ ਰੱਖ ਸਕਦੇ ਨੇ, ਉਹ ਬਾਹਰ ਜਾ ਕੇ ਕਿਉਂ ਗੱਲ ਕਰ ਰਹੇ ਨੇ? ਇੱਥੇ ਸਾਹਮਣੇ ਆ ਕੇ ਗੱਲ ਕਰਨ। ਪਤਾ ਕਿ ਇਸ ਵੇਲੇ ਬੀਜੇਪੀ ਤੇ ਕਾਂਗਰਸ ਇਹ ਦੋਵੇਂ ਹੀ ਜਿਹੜੀਆਂ ਨੇ ਇਹ ਆਮ ਆਦਮੀ ਪਾਰਟੀ ਦੀ ਵੱਧ ਰਹੀ ਸਾਖ ਨੂੰ ਤੋਂ ਇਹਨਾਂ ਨੂੰ ਡਰ ਪਿਆ ਹੋਇਆ। ਇਹਨਾਂ ਦੀਆਂ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਤੋਂ ਡਰੇ ਹੋਏ ਨੇ, ਦੋਨੇ ਹੀ ਇੱਕ ਨੇ। ਔਰ ਇਹ ਦੇਖੋ ਇਹ ਭਾਰਤ ਜੋੜੋ ਯਾਤਰਾ ਵੀ ਇਹਨਾਂ ਸ਼ੁਰੂ ਕੀਤੀ ਹੋਈ ਆ, ਉਹਦੇ ਵਿੱਚ ਵੀ ਕਾਂਗਰਸ ਵਾਲੇ ਨਾ ਤੇ ਇਹ ਹਿਮਾਚਲ ਵੱਲ ਨੂੰ ਜਾ ਰਹੇ ਨੇ ਨਾ ਗੁਜਰਾਤ ਵੱਲ ਨੂੰ ਜਾ ਰਹੇ ਨੇ। ਕਾਰਨ ਇਹ ਆ ਕਿ ਉਹ ਕਲੀਅਰ ਕਰਨਾ ਚਾਹੁੰਦੇ ਨੇ ਕਿ ਆਹ ਲਓ ਜੀ ਤੁਸੀਂ ਚੱਕੋ। ਇਹ ਰਲੇ ਹੋਏ ਨੇ, ਇਹ ਦੋਨੇ ਹੀ ਰਲੇ ਹੋਏ ਨੇ। ਜਦੋਂ 29 ਨੂੰ ਕੌਨਫੀਡੈਂਸ ਮੋਸ਼ਨ ਲਿਆਂਦਾ ਜਾਣਾ ਹੈ ਕਿ ਉਦੋਂ ਸਬੂਤ ਰੱਖੇ ਜਾਣਗੇ, ਸਬੂਤ ਪੇਸ਼ ਕੀਤੇ ਜਾਣਗੇ। ਦੇਖੋ ਅਸੀਂ ਅੱਜ ਵੀ ਜਿਹੜੀ ਆ ਵਿਧਾਨ ਸਭਾ ਦਾ ਖੁੱਲਾ ਸੈਸ਼ਨ ਰੱਖਿਆ ਸੀਗਾ ਔਰ ਇਹਨੂੰ ਵਧਾਇਆ ਵਿਚਾਰ ਚਰਚਾ ਵਾਸਤੇ ਗਿਆ ਕਿ ਚਰਚਾ ਹੋਵੇ। ਜਿੰਨੀ ਡਿਬੇਟ ਵੱਧ ਤੋਂ ਵੱਧ ਹੋਏਗੀ ਇਸ ਮੰਚ ਦੇ ਉੱਤੇ, ਉਨਾ ਹੀ ਲੋਕਤੰਤਰ ਦਾ ਜ਼ਿਆਦਾ ਲੋਕਾਂ ਨੂੰ ਵੀ ਫਾਇਦਾ ਹੋਏਗਾ, ਲੋਕਾਂ ਦੇ ਮੁੱਦੇ ਵੀ ਜਿਹੜੇ ਆ ਉੱਥੇ ਉਠਾਏ ਜਾਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਚੁਣੇ ਹੋਏ ਸ਼ਾਸਨ ਜਦੋਂ ਬੁਲਾਉਂਦੇ ਨੇ ਤੇ ਗਵਰਨਰ ਸਾਹਿਬ ਅਪਰੂਵਲ ਵੀ ਦਿੰਦੇ ਨੇ, ਅਪਰੂਵਲ ਵਾਪਸ ਵੀ ਲੈਂਦੇ ਨੇ, ਤੇ ਵਾਪਸ ਦਿਵਾਉਣ ਵਾਲਿਆਂ ਦੇ ਵਿੱਚ ਕਾਂਗਰਸ ਤੇ ਬੀਜੇਪੀ ਦੋਨੇ ਰਲ ਕੇ ਉੱਥੇ ਲੈਟਰ ਦਿੰਦੇ ਨੇ, ਰਲ ਕੇ ਪੱਤਰ ਦਿੰਦੇ ਨੇ ਕਿ ਸੈਸ਼ਨ ਨਹੀਂ ਹੋਣ ਦੇਣਾ। ਅੱਜ ਮੌਕ ਸੈਸ਼ਨ ਚਲਾਇਆ ਗਿਆ ਕਾਂਗਰਸ ਦੇ ਵੱਲੋਂ ਬਾਹਰ, ਔਰ ਉਹ ਕਹਿ ਰਹੇ ਕਿ ਮੁੱਖ ਮੰਤਰੀ ਤੇ 420 ਦਾ ਪਰਚਾ ਹੋਣਾ ਚਾਹੀਦਾ, ਇਸ ਗੱਲ ਦਾ ਜ਼ਿਕਰ ਕਰ ਰਹੇ। ਦੇਖੋ ਇਹ ਜੋ ਮਰਜ਼ੀ ਕਹਿ ਲੈਣ ਜੀ, ਮੌਕ ਸੈਸ਼ਨ ਤੇ ਤਾਂ ਚਲਾਉਣ ਦੀ ਜ਼ਰੂਰਤ ਆ ਜੇ ਇਹ ਕਹਿਣ ਕਿ ਵਿਧਾਨ ਸਭਾ ਦਾ ਸੈਸ਼ਨ ਚਲਾਓ ਤੇ ਅਸੀਂ ਸੈਸ਼ਨ ਨਹੀਂ ਬੁਲਾ ਰਹੇ, ਫੇਰ ਕਹਿਣ ਕਿ ਤੁਸੀਂ ਤੇ ਬੁਲਾ ਹੀ ਨਹੀਂ ਰਹੇ ਸੈਸ਼ਨ, ਸਾਨੂੰ ਮੌਕ ਲਾਉਣਾ ਪਿਆ ਜੀ। ਜਦੋਂ ਸਾਡਾ ਸੈਸ਼ਨ ਅੰਦਰ ਚੱਲ ਰਿਹਾ ਹੈ ਵਿਧਾਨ ਸਭਾ ਦਾ, ਫੇਰ ਇਹ ਡਰਾਮੇਬਾਜ਼ੀਆਂ ਕਰਨ ਦਾ ਕੀ ਲੋੜ ਹੈ? ਕਿਉਂ ਨਹੀਂ ਬੋਲਣ ਦਿੰਦੇ ਜੀ? ਤੁਸੀਂ ਵੇਖੋ ਵਿਧਾਨ ਸਭਾ ਦੀ ਕਾਰਵਾਈ ਪੂਰੀ ਲਾਈਵ ਆ। ਪ੍ਰਤਾਪ ਸਿੰਘ ਬਾਜਵਾ ਜੀ ਬੋਲੇ ਨੇ, ਅਸੀਂ ਉਹਨਾਂ ਨੂੰ ਬੜੇ ਧਿਆਨ ਨਾਲ, ਸਾਰੇ ਹਾਊਸ ਨੇ ਬੜੇ ਧਿਆਨ ਨਾਲ। ਕੌਨਫੀਡੈਂਸ ਮੋਸ਼ਨ ਦੀ ਲੋੜ ਹੀ ਨਹੀਂ, ਆਪਣੇ ਵਿਧਾਇਕਾਂ ਤੇ ਸ਼ੱਕ ਕੀਤਾ ਜਾ। ਦੇਖੋ ਕਿਉਂ ਵਿਧਾਇਕਾਂ ਤੇ ਡਿਮਾਂਡ ਹੀ ਨਹੀਂ ਕਰੀ ਕਹਿੰਦੇ। ਨਹੀਂ, ਇਹ ਨਹੀਂ ਗੱਲ। ਕੌਨਫੀਡੈਂਸ ਲੋਕਤੰਤਰ ਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਹੁੰਦਾ। ਲੋਕਾਂ ਨੇ ਸਾਨੂੰ ਕੌਨਫੀਡੈਂਸ ਦੇ ਨਾਲ ਚੁਣਿਆ। ਅਸੀਂ ਲੋਕਾਂ ਦੇ ਸਾਹਮਣੇ ਦੱਸਾਂਗੇ ਕਿ ਸਾਡੇ ਉੱਤੇ ਲੋਕਾਂ ਦਾ ਵਿਸ਼ਵਾਸ ਹੈ। ਸਾਹਿਬ ਰਾਜਾ ਵੜਿੰਗ ਤਾਂ ਕਹਿੰਦੇ ਫਿਰ ਲੋਕਾਂ 'ਚ ਜਾਓ ਨਾ, ਕਹਿੰਦੇ ਡਿਸੋਲਵ ਕਰ ਦਿਓ। ਕਿਉਂ ਡਿਸੋਲਵ ਕਰ ਦਿਓ ਜੀ? ਉਹ ਤੇ ਚਾਹਣਗੇ ਡਿਸੋਲਵ ਕਰ ਦਿਓ। ਕਿਉਂ ਚੁਣੀ ਹੋਈ ਇੱਕ ਵਿਧਾਨ ਸਭਾ ਜਿਹੜੀ ਆ ਉਹ ਡਿਸੋਲਵ ਕਰ ਦਈਏ? ਇਹ ਚਾਹੁੰਦੇ ਨੇ ਕਿ ਇਸੇ ਤਰ੍ਹਾਂ ਹੀ ਕਿ ਸਾਨੂੰ ਲੋਕਾਂ ਨੇ ਫਤਵਾ ਨਹੀਂ ਦਿੱਤਾ, ਹੁਣ ਇਹ ਵਿਧਾਨ ਸਭਾ ਨੂੰ ਡਿਸੋਲਵ ਤੁਸੀਂ ਆਪੇ ਹੀ ਕਹਿ ਦਿੱਤਾ ਕਿ ਉਹ ਚਾਹੁੰਦੇ ਨੇ ਕਿ ਰਲ ਕੇ ਬੀਜੇਪੀ ਤੇ ਕਾਂਗਰਸ ਵਾਲੇ ਰਲ ਕੇ ਇਹਨੂੰ ਡਿਸੋਲਵ ਕੀਤਾ ਜਾਵੇ। ਉਹਨੂੰ 29 ਨੂੰ ਜਿਹੜਾ ਸੈਸ਼ਨ ਹੈ 29 ਨੂੰ ਦੁਬਾਰਾ ਲੋਕਤਾਂਤਰਿਕ ਤਰੀਕੇ ਅਪਣਾ ਰਹੇ। 29 ਨੂੰ ਦੁਬਾਰਾ ਚਰਚਾ ਹੋਏਗੀ, ਬਿਲਕੁਲ ਚਰਚਾ ਹੋਏਗੀ ਜੀ। ਪਰ ਉਹਨਾਂ ਨੇ ਵੀ ਗੱਲ ਕਹੀ, ਕਹਿੰਦੇ 420 ਦਾ ਪਰਚਾ ਹੋਵੇ, ਕਹਿੰਦੇ ਕਿਉਂਕਿ ਗਵਰਨਰ ਨੂੰ ਗੁੰਮਰਾਹ ਕੀਤਾ ਹੈ ਸਾਫ਼ ਤੌਰ ਤੇ। ਕੋਈ ਗੁੰਮਰਾਹ ਨਹੀਂ ਕੀਤਾ ਇਹਨਾਂ ਨੂੰ। ਇਹ ਕਹਿੰਦੇ ਨਿਜ਼ਮ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਸਾਹਿਬ ਦਾ ਸੰਵਿਧਾਨ ਆ ਬਣਾਇਆ ਹੋਇਆ। ਦੇਖਣ ਉਹਦੇ ਵਿੱਚ ਕਿ ਪਾਵਰਸ ਕਿਹਦੀਆਂ ਨੇ, ਕਿਹਦੇ ਕੀ ਫੰਕਸ਼ਨ ਨੇ। ਫੰਕਸ਼ਨ ਜਿੱਥੇ ਗਵਰਨਰ ਸਾਹਿਬ ਦੇ ਜਿੰਨੇ ਫੰਕਸ਼ਨ ਉੱਥੇ ਅਲਾਟ ਕੀਤੇ ਗਏ ਨੇ ਉਹੀ ਫੰਕਸ਼ਨ ਕਰ ਸਕਦੇ ਨੇ ਨਾ। ਤੇ ਜਦੋਂ ਤੁਸੀਂ ਗੈਰ ਸੰਵਿਧਾਨਕ ਤਰੀਕੇ ਵਰਤੋਗੇ, ਗੈਰ ਸੰਵਿਧਾਨਕ ਤਰੀਕਿਆਂ ਦੇ ਨਾਲ ਇੱਕ ਸੰਘੀ ਢਾਂਚੇ ਦੇ ਉੱਤੇ, ਸੰਘਾਤਮਕ ਢਾਂਚੇ ਦੇ ਉੱਤੇ ਛਾਪੇਮਾਰੀ ਕਰੋਗੇ ਤੇ ਫਿਰ ਤੇ ਲੋਕਤੰਤਰ ਦਾ ਕੋਈ ਮਾਇਨਾ ਨਹੀਂ ਨਾ ਜਾਂਦਾ। ਕਿਸ ਗੱਲ ਦਾ ਕਿ ਫਜ਼ੂਲ ਗੱਲ ਵਾਸਤੇ ਜਿਹੜੀ ਗੱਲ ਮੰਗੀ ਨਹੀਂ ਕਿਸੇ ਨੇ, ਨਾ ਵਿਰੋਧੀਆਂ ਨੇ ਕਿਹਾ, ਨਾ ਗਵਰਨਰ ਨੇ ਸ਼ੱਕ ਕੀਤਾ। ਦੇਖੋ ਲੱਖਾਂ ਰੁਪਏ ਖਰਚ ਕੀਤੇ ਸੈਸ਼ਨ ਦੇ ਉੱਤੇ। ਇਹਨਾਂ ਦੇ ਕਿੱਥੇ ਕਰੋੜਾਂ ਲੱਖਾਂ, ਜਦੋਂ ਇਹਨਾਂ ਦੀਆਂ ਸਰਕਾਰਾਂ ਸੀਗੀਆਂ ਉਦੋਂ ਕਿੱਥੇ ਖਰਚੇ ਜਾਂਦੇ ਸੀਗੇ? 3.25 ਲੱਖ ਕਰੋੜ ਦਾ ਕਰਜ਼ਾ ਚੜਾ ਕੇ ਪੰਜਾਬ ਦੇ ਸਿਰ ਤੇ, ਉਦੋਂ ਕਿੱਥੋਂ ਇਹਨਾਂ ਖਰਚਿਆ ਸੀਗਾ? ਕੀ ਕਰਦੇ ਸੀਗੇ ਉਦੋਂ? ਬਾਹਰ ਮੌਕ ਸੈਸ਼ਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਭਾਜਪਾ ਵੱਲੋਂ? ਮੌਕ ਸੈਸ਼ਨ ਬਿਲਕੁਲ ਡਰਾਮੇਬਾਜ਼ੀ ਹੈ। ਡਰਾਮੇਬਾਜ਼ੀ ਹੈ। ਲਾਲਜੀਤ ਭੁੱਲਰ ਨੇ ਇਹ ਕੁਝ ਕਹਿ ਰਹੇ ਨੇ। ਲਾਲਜੀਤ ਭੁੱਲਰ ਹੋਰਾਂ ਦੇ ਨਾਲ ਗੱਲਬਾਤ ਕਰ ਲੈਣੇ। ਭੁੱਲਰ ਸਾਹਿਬ, ਤੁਸੀਂ ਲਾਈਵ ਹੋ, ਕਿਸ ਤਰੀਕੇ ਨਾਲ ਦੇਖਦੇ ਹੋ? ਕਿ ਕਹਿੰਦੇ ਮੌਕ ਸੈਸ਼ਨ ਕਾਂਗਰਸ ਦਾ ਬਾਹਰ ਬੁਲਾਇਆ ਗਿਆ, ਬਾਹਰ ਕਹਿ ਰਹੇ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ। ਵੇਖੋ, ਵਿਰੋਧੀ ਪਾਰਟੀਆਂ ਕੋ ਪ੍ਰੋਪੋਗੰਡੇ ਤੋਂ ਬਿਨਾ ਕੁਝ ਨਹੀਂ ਹੈਗਾ। ਤੇ ਇੱਥੇ ਵੇਖੋ, ਲੋਕਾਂ ਨੇ ਚੁਣ ਕੇ ਭੇਜਿਆ, ਸਾਨੂੰ ਚੁਣ ਕੇ ਭੇਜਿਆ। ਸਾਡਾ ਫਰਜ਼ ਹੈ ਇੱਥੇ ਲੋਕਾਂ ਦੇ ਮੁੱਦੇ ਚੁੱਕੀਏ, ਲੋਕਾਂ ਦੀਆਂ ਗੱਲਾਂ ਕਰੀਏ, ਨਾ ਕਿ ਬੋਲਣ ਤੋਂ ਆਪਾਂ ਡੱਕੀਏ। ਬੜਾ ਮਾੜਾ ਕੀਤਾ ਚੁੱਪ ਕਰਕੇ ਇੱਥੇ ਬਹਿ ਕੇ ਸਾਨੂੰ ਲੋਕਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਜੇ ਕੋਈ ਮੁੱਖ ਮੰਤਰੀ ਸਾਹਿਬ ਬੋਲਣ ਲੱਗੇ ਜਾਂ ਕੋਈ ਸਾਡਾ ਸਤਿਕਾਰਯੋਗ ਮੈਂਬਰ ਬੋਲਣ ਲੱਗੇ ਤੇ ਰੌਲਾ ਪਾ ਕੇ ਚੁੱਪ ਕਰਾ ਦੇਣਾ। ਕਹਿ ਰਹੇ 420 ਦਾ ਪਰਚਾ ਦਰਜ ਹੋਣਾ ਚਾਹੀਦਾ ਮੁੱਖ ਮੰਤਰੀ ਤੇ। ਇਹ ਵੇਖੋ, ਕਿਸੇ ਨੂੰ ਧੋਖਾ ਨਹੀਂ ਦਿੱਤਾ। ਵੇਖੋ, ਜਿਹੜਾ
ਸਾਡੇ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਕੀਤੀਆਂ ਉਹ ਲੋਕ ਪੱਖੀ ਗੱਲਾਂ ਕੀਤੀਆਂ, ਕੋਈ ਕਿਸੇ ਨੂੰ ਗੁੰਮਰਾਹ ਨਹੀਂ ਕੀਤਾ। ਇਹ ਬਹਿ ਕੇ ਉੱਥੇ ਸੁਣਦੇ, ਉੱਥੇ ਗੱਲ ਦੇ ਜਵਾਬ ਦਿੰਦੇ, ਉੱਥੇ ਗੱਲਾਂ ਕਰਦੇ। ਇਹ ਹੋੜਾ ਵੀ ਆਪਾਂ ਬਾਈਕਾਟ ਕਰਕੇ ਰੌਲਾ ਪਾ ਕੇ ਤੇ ਆਪਾਂ ਬਾਹਰ ਚੱਲ ਜਾਣਾ। ਕੋਈ ਜਿਹੜਾ ਕਿ ਕਾਉਂਟਰ ਦਾ ਮੋਸ਼ਨ ਲਿਆਂਦਾ ਹੈ, ਕਹਿੰਦੇ ਰਾਜਪਾਲ ਸਖਤ ਐਕਸ਼ਨ ਲੈ ਸਕਦੇ ਇਸ ਤੇ। ਦੇਖੋ ਜੋ ਵੀ ਹੋਊਗਾ ਉਹ ਕਾਨੂੰਨ ਦੇ ਵਿੱਚ ਹੀ ਹੋਣਾ, ਕਿਸੇ ਦੇ ਕਹਿਣ ਤੇ ਹੋਣਾ ਨਹੀਂ ਕੁਝ ਵੀ। ਜੇ ਆਪਾਂ ਕਹੀਏ ਵੀ ਕਿਸੇ ਦੇ ਕਹਿਣ ਕੁਝ ਹੋ ਜਾਏਗਾ, ਇਹੋ ਜੀ ਤੇ ਕੋਈ ਗੱਲ ਹੋਣੀ ਨਹੀਂ। ਹੁਣ 29 ਨੂੰ ਜਿਹੜਾ ਸੈਸ਼ਨ ਹੋਏਗਾ, ਕਾਂਗਰਸ ਦੇ ਲੀਡਰ ਅੰਦਰ ਮੌਜੂਦ ਰਹਿਣਗੇ, ਉਹਨਾਂ ਦੇ ਸਾਹਮਣੇ ਚਰਚਾ ਹੋਏਗੀ। ਦੇਖੋ ਹੁਣ ਜੀ ਆਇਆਂ ਨੂੰ ਜਿਹੜਾ ਲੋਕਾਂ ਨੇ ਚੁਣ ਕੇ ਜਿਹਨੂੰ ਐਮਐਲਏ ਬਣਾਇਆ ਲੋਕਾਂ ਨੇ, ਉਹ ਵਿਧਾਨ ਸਭਾ ਦਾ ਮੈਂਬਰ ਆ। ਜੀ ਆਇਆਂ ਨੂੰ ਸਾਰੇ ਆ ਕੇ ਸੁਣਨ, ਆਪਦੀਆਂ ਗੱਲਾਂ ਰੱਖਣ, ਆਪਣੇ ਹਲਕੇ ਦੀਆਂ ਗੱਲਾਂ ਕਰਨ। ਜੇ ਕੋਈ ਵੀ ਗੱਲ ਹੈ ਤਾਂ ਇੱਥੇ ਆਪਣੀ ਵਿਧਾਨ ਸਭਾ ਦੇ ਵਿੱਚ ਹੱਕ ਹੈ ਉਹਨਾਂ ਦਾ, ਉਹ ਬਹਿ ਕੇ ਆਪਦੀ ਗੱਲ ਕਰਨ ਜਿੰਨਾ ਉਹਨਾਂ ਦਾ ਟਾਈਮ ਬਣਦਾ, ਕਿਉਂਕਿ ਉਹ ਚੁਣ ਕੇ ਆਏ ਨੁਮਾਇੰਦੇ, ਉਹਨਾਂ ਦਾ ਟਾਈਮ ਬਣਦਾ। ਕਾਂਗਰਸ ਦੇ 18 ਐਮਐਲਏ ਸਬਾਨ ਜਿੱਤ ਕੇ ਆਏ ਆ, ਅਕਾਲੀ ਦਲ ਦੇ 3 ਜਿੱਤ ਕੇ ਆਏ ਆ, ਬੀਜੇਪੀ ਦੇ 2 ਜਿੱਤ ਕੇ ਆਏ, ਇੱਕ ਬਸਪਾ ਤੋਂ। ਉਹਨਾਂ ਦਾ ਜਿੰਨਾ ਟਾਈਮ ਬਣਦਾ ਉਸ ਟਾਈਮ ਦੇ ਵਿੱਚ ਉਹ ਸੀਮਤ ਰਹਿ ਕੇ ਆਪਣੀ ਗੱਲ। ਰੰਧਾਵਾ ਅੱਜ ਸਪੀਕਰ ਬਣੇ ਬਾਹਰ, ਵਿਧਾਨ ਸਭਾ ਦੇ ਬਾਹਰ ਕਾਂਗਰਸ ਵੱਲੋਂ ਮੁੱਖ ਸੈਸ਼ਨ ਬੁਲਾਇਆ ਗਿਆ। ਦੇਖੋ ਜੇ ਕੋਈ ਜਾਣ ਬੁੱਝ ਕੇ ਨਕਲੀ ਨਾਟਕ ਕਰੀ ਜਾਊਗਾ ਤੇ ਕਰੀ ਜਾਵੇ, ਜੇ ਅਸਲੀ ਵਿਧਾਨ ਸਭਾ ਜਿੱਥੇ ਚੱਲਦੀ ਉੱਥੇ ਹੀ ਚੱਲਣੀ ਆ, ਉਹਦੇ ਨਾਲ ਤੇ ਕੋਈ ਫਰਕ ਨਹੀਂ ਪੈਣਾ ਇਹੋ ਜੀਆਂ ਗੱਲਾਂ ਦੇ ਨਾਲ। ਤਾਂ ਲਾਲਜੀਤ ਭੁੱਲਰ ਨਿਊਜ਼ 18 ਨਾਲ ਗੱਲਬਾਤ ਕਰ ਰਹੇ ਸੀਗੇ, ਕਹਿ ਰਹੇ ਸੀਗੇ ਕਿ 29 ਨੂੰ ਸੈਸ਼ਨ ਬੁਲਾਇਆ ਜਾਏਗਾ। ਇਸ ਤਰੀਕੇ ਦੀ ਡਰਾਮੇਬਾਜ਼ੀ ਕਾਂਗਰਸ ਨੂੰ ਨਹੀਂ ਕਰਨੀ ਚਾਹੀਦੀ। ਸਮਾਂ ਹਰ ਕਿਸੇ ਨੂੰ ਦਿੱਤਾ ਜਾ ਰਿਹਾ ਹੈ ਔਰ ਉਸ ਸਮੇਂ ਦੇ ਹਿਸਾਬ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ। ਬ੍ਰਹਮ ਸ਼ੰਕਰ ਜਿੰਪਾ ਹੋਰਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰ ਲੈਂਦੇ ਹਾਂ। ਕਾਂਗਰਸ ਸੱਚਾਈ ਨੂੰ ਫੇਸ ਨਹੀਂ ਕਰ ਸਕਦੀ। ਜਿਨ੍ਹਾਂ ਨੂੰ ਅੰਦਰ ਵਿਧਾਨ ਸਭਾ 'ਚ ਚੁਣ ਕੇ ਭੇਜਿਆ, ਉਹਨਾਂ ਨੂੰ ਬਾਹਰ ਸੈਸ਼ਨ ਕਿਉਂ ਲਾਣਾ ਪਿਆ? ਉਹ ਕਹਿੰਦੇ ਅੰਦਰ ਹੂਟਿੰਗ ਕਰਕੇ ਨਹੀਂ, ਕੋਈ ਹੂਟਿੰਗ ਨਹੀਂ। ਬਿਲਕੁਲ ਗਲਤ ਕਹਿ ਰਹੇ ਪ੍ਰਤਾਪ ਬਾਜਵਾ ਜੀ ਬੋਲੇ, ਉਹਨਾਂ ਨੂੰ ਸੁਣਿਆ ਵਗੈਰਾ ਸਭ ਕੁਝ। ਜਿੰਪਾ ਜੀ ਉਹ ਤਾਂ ਕਹਿ ਰਹੇ ਕਿ ਮੁੱਖ ਮੰਤਰੀ ਤੇ 420 ਦਾ ਪਰਚਾ ਹੋਣਾ ਚਾਹੀਦਾ, ਗਵਰਨਰ ਨਾਲ ਧੋਖਾ ਕੀਤਾ। ਕੋਈ ਬਿਲਕੁਲ ਦੇਖੋ, ਕਾਂਗਰਸ ਸੱਚਾਈ ਨੂੰ ਫੇਸ ਨਹੀਂ ਕਰ ਪਾ ਰਹੀ। ਜਿਸ ਆਪਰੇਸ਼ਨ ਲੋਟਸ ਨੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਗੋਆ ਦੇ ਵਿੱਚ, ਪਹਿਲਾਂ ਮੱਧ ਪ੍ਰਦੇਸ਼ 'ਚ ਰੋਲਿਆ, ਹੋਰਾਂ ਸਟੇਟਾਂ ਦੇ ਵਿੱਚ, ਅੱਜ ਕਾਂਗਰਸ ਨੂੰ ਆਪਣਾ ਅਸਤਿਤਵ ਬਚਾਉਣ ਦੀ ਪਈਓ ਹੈ। ਉਹ ਕਾਂਗਰਸ ਆਪਰੇਸ਼ਨ ਲੋਟਸ ਦਾ ਸਾਥ ਦੇ ਕੇ ਚਾਹੁੰਦੀ ਸੀ ਸੈਸ਼ਨ ਨਾ ਹੋਵੇ। ਉਹਨਾਂ ਨੂੰ ਸਿਰਫ ਦਰਦ ਹੀ ਹੈ ਵੀ ਸੈਸ਼ਨ ਹੋ ਕਿੱਦਾਂ ਗਿਆ। ਦਿੱਕਤ ਇਸ ਗੱਲ ਦੀ ਸੀ ਐਲਓਪੀ ਸਾਹਿਬ ਨੂੰ ਵੀ ਸੈਸ਼ਨ ਕਿੱਦਾਂ ਹੋਇਆ। ਕਹਿੰਦੇ ਸਬੂਤ ਪੇਸ਼ ਕਰੋ, ਅਗਰ ਸਬੂਤ ਹੈ ਤਾਂ ਸਬੂਤ ਜਨਤਕ ਕਰੋ। ਨਹੀਂ, ਕਿਸ ਗੱਲ ਦਾ ਸਬੂਤ ਪੇਸ਼ ਕਰੀਏ ਜੀ? ਸਾਡੇ ਬੰਦਿਆਂ ਨੇ, ਮੇਰੀ ਗੱਲ ਸਮਝੋ, ਆਪਰੇਸ਼ਨ ਲੋਟਸ ਕਿਆ ਕਾਂਗਰਸ ਦੇ ਨਾਲ ਨਹੀਂ ਹੋਇਆ? ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੇ ਨਾਲ ਤਾਜ਼ਾ ਹੋਇਆ ਗੋਆ ਦੇ ਵਿੱਚ, ਉਹਦੇ ਲਈ ਕੋਈ ਸਬੂਤ ਦੀ ਲੋੜ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿਉਂ ਪੈ ਗਈ? ਪਰ ਉਰੇ ਵਾਲਿਆਂ ਨੂੰ ਤਾਂ ਲੱਗਦਾ ਕੋਈ ਚਿੰਤਾ ਹੈ ਨਹੀਂ ਜੀ। ਉਹ ਤਾਂ ਕਹਿੰਦੇ ਵੀ ਆਖਰਕਾਰ ਤੁਸੀਂ ਕਿਉਂ ਲੋਟਸ ਦੀ ਗੱਲ ਕਰ ਰਹੇ ਹੋ, ਪੰਜਾਬ ਦੀ ਗੱਲ ਕਰੀ। ਨਹੀਂ, ਲੋਟਸ ਦੇ ਹੋ ਰਿਹਾ, ਸਾਰੇ ਹਿੰਦੁਸਤਾਨ 'ਚ ਹੋ ਰਿਹਾ ਸੀਗਾ, ਕਾਂਗਰਸ ਨਾਲ ਹੋਇਆ ਸੀਗਾ, ਤੇ ਫਿਰ ਆਪਾਂ ਕਿਉਂ ਨਾ ਗੱਲ ਕਰਦੇ? ਅਗਰ ਸਾਡੇ ਬੰਦਿਆਂ ਨੇ ਦੱਸ ਦਿੱਤਾ ਸਾਹਮਣੇ ਆ ਕੇ, ਤੇ ਫਿਰ ਆਪਾਂ ਕਿਉਂ ਨਾ ਉਹਦੀ ਗੱਲ ਕਰਦੇ? ਐਸਵਾਈਐਲ ਤੇ ਬੇਅਦਬੀ ਤੇ ਚਰਚਾ ਹੋਣੀ ਚਾਹੀਦੀ ਸੀ। ਨਹੀਂ, ਕਿਹਨੇ ਰੋਕਿਆ ਇਹਨਾਂ ਨੂੰ? ਕਰਦੇ ਸਾਰੀਆਂ ਗੱਲਾਂ ਤੇ ਕਰਦੇ, ਲੈ ਕੇ ਆਂਦੇ ਮੁੱਦਾ ਸਾਹਮਣੇ ਫੇਸ ਕਰਦੇ। ਕਿਸੇ ਨੇ ਨਹੀਂ ਸੀ ਰੋਕਣਾ, ਗੱਲ ਕਰਦੇ। ਆਪਾਂ ਉਹਨਾਂ ਦੀ ਗੱਲ ਕਰਨੀ ਸੀ, ਜਵਾਬ ਦੇਣਾ ਸੀ।